ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਡੇਰਾ ਬਾਬਾ ਰੂਮੀ ਵਾਲਾ ਪੁੱਛੋ ਕਲਾਂ ਬਠਿੰਡਾ ਸ਼੍ਰੀਮਾਨ ਬਾਬਾ ਹਰਨਾਮ ਸਿੰਘ ਜੀ ਦੀ ਜੀਵਨ ਕੋਤਕ ਬਾਰੇ ਦੱਸ ਰਹੀ ਹਾਂ, ਜਿਨ੍ਹਾਂ ਤੋਂ ਵਰਸਾਏ ਨਾਨਕ ਸਰ ਸੰਪਰਦਾਇ ਦੇ ਵਾਲੀ ਸੰਤ ਬਾਬਾ ਨੰਦ ਸਿੰਘ ਜੀ ਹਨ। ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਜੀਵਨ ਕੋਤਕ ਤੁਹਾਡੇ ਨਾਲ ਸਾਂਝੇ ਕਰਨ ਦਾ ਬਲ ਉਦਮ ਸੇਵਾ ਕਰਨ ਦਾ ਉਦਮ ਮਿਲਿਆ ਹੈ। ਇਸ ਕਥਾ ਵਿੱਚ ਬਾਬਾ ਹਰਨਾਮ ਸਿੰਘ ਜੀ ਦੀ ਅਪਾਰ ਮਿਹਰ ਸਦਕਾ ਅਪਾਰ ਕਿਰਪਾ ਨਾਲ ਆਪਣਾ ਕਾਰਜ ਆਪਣੇ ਸੇਵਕਾਂ ਕੋਲੋਂ ਕਰਵਾਇਆ ਹੈ। ਇਹ ਕਥਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ। ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਣੀ ਨਿਮਾਣੀ ਸੇਵਕ ਸਮਝ ਕੇ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਜਾਣੇ ਸੋਈ ਪਛਾਣੇ, ਜਾਗੋ ਨਰਨ ਸਿਰੁੰਦੇ। ਕੋਈ ਸਮਾਂ ਉਸ ਵੇਲੇ ਦਾ ਹੈ ਜਿਸ ਦੇ ਸਮੇਂ ਸਾਧੂ ਸੰਪਰਦਾਇਆਂ ਗੁਰਮਤਿ ਦਾ ਪ੍ਰਚਾਰ ਗੁਰਬਾਣੀ ਕੀਰਤਨ ਕਥਾ ਰਾਹੀਂ ਸਾਰੇ ਭਾਰਤ ਵਿੱਚ ਫਿਰ ਕੇ ਥਾਂ ਥਾਂ ਤੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਸਨ ਤੇ ਦੂਸਰੇ ਸਨ ਨਿਰਮਲੇ। ਇਹ ਦੋਨੋਂ ਸੰਪਰਦਾਇਆਂ ਦੇ ਮਹਾਂਪੁਰਖ ਗੁਰਮਤਿ ਗੱਡੀ ਦੇ ਦੋਵੇਂ ਪਹੀਏ ਹਨ। ਜਿਵੇਂ ਗੱਡੀ ਦੇ ਦੋ ਪਹੀਏ ਹੁੰਦੇ ਹਨ, ਦੋਵੇਂ ਪਹੀਆਂ ਦੇ ਵਿਚਕਾਰ ਇੱਕ ਧੁਰਾ ਹੁੰਦਾ ਹੈ। ਦੋਵੇਂ ਪਹੀਏ ਇੱਕ ਧੁਰੇ ਵਿੱਚ ਲੱਗੇ ਹੋਏ ਵੱਡੀ ਤੋਂ ਵੱਡੀ ਮੰਜ਼ਿਲ ਤੈਅ ਕਰਕੇ ਜਿੱਥੇ ਜਾਣਾ ਹੋਵੇ ਮੁਸਾਫਰਾਂ ਨੂੰ ਪਹੁੰਚਾ ਸਕਦੇ ਹਨ। ਇਸੇ ਤਰ੍ਹਾਂ ਉਦਾਸੀ ਤੇ ਨਿਰਮਲੇ ਸੰਤ ਸਨ। ਹਰ ਇੱਕ ਪ੍ਰਾਣੀ ਮਾਤਰ ਨੂੰ ਦੇਸ਼ ਵਿਦੇਸ਼ ਵਿਚਰ ਕੇ ਨਗਰ ਅਤੇ ਸ਼ਹਿਰਾਂ ਵਿੱਚ ਗੁਰ ਸ਼ਬਦ ਦਾ ਉਪਦੇਸ਼ ਅੰਮ੍ਰਿਤਪਾਨ ਕਰਾਉਂਦੇ ਸਨ। ਦੋਨੋਂ ਸੰਪਰਦਾਵਾਂ ਦੇ ਪਿੰਡਾਂ ਵਿੱਚ ਡੇਰੇ ਵੀ ਬਣੇ ਹੁੰਦੇ ਸਨ। ਇਹਨਾਂ ਡੇਰਿਆਂ ਵਿੱਚ ਵੀ ਕਥਾ ਕੀਰਤਨ ਪਾਠ ਅਤੇ ਗੁਰੂ ਇਤਿਹਾਸ ਦੀ ਪੂਰੀ ਪੜ੍ਹਾਈ ਕਰਾਈ ਜਾਂਦੀ ਸੀ। ਇਸ ਪੜ੍ਹਾਈ ਦੇ ਸਮੇਂ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹੋਰ ਅਨੇਕ ਪ੍ਰਕਾਰ ਦੇ ਮਤਾਂ ਦੇ ਗੁਰੂ ਗ੍ਰੰਥਾਂ ਦੀਆਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੁੰਦੇ ਸਨ। ਇੱਕ ਵਿਦਿਆਰਥੀ ਵਿਦਿਆ ਪੜ੍ਹਨ ਸਮੇਂ ਸੇਵਾ ਅਤੇ ਸਿਮਰਨ ਦੀ ਰੂਹਾਨੀ ਖੁਰਾਕ ਵੀ ਪ੍ਰਾਪਤ ਕਰਦੇ ਸਨ। ਇਹ ਮਹਾਤਮਾ ਉੱਚੀ ਸੁੱਚੀ ਕਰਨੀ ਕਮਾਈ ਵਾਲੇ ਹੁੰਦੇ ਹਨ। ਇਹਨਾਂ ਦੀ ਸੰਗਤ ਵਿੱਚ ਰਹਿ ਕੇ ਵਿਦਿਆਰਥੀ ਵੀ ਉੱਚੇ ਜੀਵਨ ਵਾਲੇ ਹੋ ਜਾਂਦੇ ਹਨ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਾਲੀ ਗੱਲ ਤਾਂ ਇਹਨਾਂ ਮਹਾਤਮਾ ਤੇ ਪੂਰੀ ਟੁਕਦੀ ਸੀ। ਮਹਾਤਮਾ 10ਵੇਂ ਪਾਤਸ਼ਾਹ ਦੇ ਸਮੇਂ ਗੁਰੂ ਦੇ ਹੁਕਮ ਨਾਲ ਸਿੱਖੀ ਪ੍ਰਚਾਰ ਵਾਲੇ ਪਾਸੇ ਲੱਗੇ ਸਨ। ਕਈ 10ਵੇਂ ਪਾਤਸ਼ਾਹ ਦੇ ਹਜ਼ੂਰੀ ਸਿੱਖਾਂ ਅਤੇ ਗੁਰੂ ਦੇ ਹੁਕਮ ਅਨੁਸਾਰ ਇਸ ਪਾਸੇ ਲੱਗੇ ਸਨ। ਕਈ 10ਵੇਂ ਪਾਤਸ਼ਾਹ ਤੋਂ ਪਹਿਲੇ ਸਤਿਗੁਰਾਂ ਦੇ ਸਮੇਂ ਨਾਲ ਸੰਬੰਧ ਰੱਖਦੇ ਸਨ। ਕਈ ਧਰਮ ਤੇ ਵਿੱਚ ਤੁਰ ਕੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਸਨ ਤੇ ਕਈਆਂ ਦੇ ਡੇਰੇ ਪਿੰਡਾਂ ਵਿੱਚ ਸਨ। ਸੋ ਐਸੇ ਗੁਰਸਿੱਖ ਮਹਾਂਪੁਰਸ਼ ਆਤਮਿਕ ਜੀਵਨ ਵਾਲੇ ਬੇਪਰਵਾਹ ਤੇ ਬੇਗਰਜ ਬੇਪਰਵਾਹ ਸਦਾ ਰੰਗ ਤੇ ਨਿਰਮਲੇ ਵਿੱਚ ਰਹਿ ਕੇ ਰਹਿਣ ਵਾਲੇ ਹੁੰਦੇ ਸਨ। ਇਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਕੋਈ ਨਾ ਕੋਈ ਵਿਦਿਆਰਥੀ ਗੁਰਮੁਖ ਜੀਵਨ ਵਾਲਾ ਪੈਦਾ ਹੋ ਜਾਂਦਾ ਸੀ ਤੇ ਇਹਨਾਂ ਸੰਸਥਾਨਾਂ ਨੂੰ ਸੰਭਾਲ ਕੇ ਅੱਗੇ ਤੋਂ ਅੱਗੇ ਚਲਾਈ ਜਾਂਦੇ ਸਨ। ਦੀਵੇ ਤੇ ਦੀਵਾ ਜਗਣ ਵਾਲੀ ਮਿਸਾਲ ਸੀ। ਕਈ ਮਹਾਂਪੁਰਖ ਮੰਡਲੀਆਂ ਰਾਹੀਂ ਫਿਰ ਤੁਰ ਕੇ ਇਹ ਪ੍ਰਚਾਰ ਜਾਰੀ ਰੱਖਦੇ ਸਨ। ਇਹਨਾਂ ਵਿਦਿਆਰਥੀਆਂ ਨੂੰ ਲੰਗਰ ਅਤੇ ਪ੍ਰਸ਼ਾਦਾ ਦੇ ਤਨ ਢੱਕਣ ਨੂੰ ਕੱਪੜਾ ਮਿਲ ਜਾਣ ਕਰਕੇ ਗਰੀਬ ਤੋਂ ਗਰੀਬ ਘਰ ਦਾ ਵਿਦਿਆਰਥੀ ਵੀ ਸੰਤਨ ਕਾ ਦਾਨਾ ਰੂਖਾ ਸੋ ਸ਼ਰਮ ਨਿਦਾਨ ਖਾ ਕੇ ਪੇਟ ਭਰ ਲੈਂਦਾ ਸੀ ਅਤੇ ਭਗਤ ਜਨਾਂ ਦਾ ਲੂਗਰਾ ਉੱਡ ਨਗਨ ਨਾ ਹੋਈ ਅਨੁਸਾਰ ਸਰੀਰ ਢੱਕ ਲੈਂਦਾ ਸੀ। ਸਬਰ ਸ਼ੁਕਰ ਵਿੱਚ ਰਹਿ ਕੇ ਵਿਦਿਆ ਅਭਿਆਸ ਸੇਵਾ ਸਿਮਰਨ ਵਿੱਚ ਲੱਗ ਕੇ ਹਰ ਪੱਖ ਤੋਂ ਪੂਰਨ ਹੋ ਜਾਂਦੇ ਸਨ। ਇਸੇ ਤਰ੍ਹਾਂ ਹੀ ਦੋਵੇਂ ਸੰਪਰਦਾਵਾਂ ਭਾਵੇਂ ਡੇਰੇ ਦਾ ਸੀ ਤੇ ਭਾਵੇਂ ਤੁਰ ਕੇ ਮੰਡਲੀਆਂ ਵਾਈ ਵਿਦਿਆ ਪੜ੍ਹਾਉਣ ਵਾਲਾ, ਉਹਨਾਂ ਦਾ ਇੱਕੋ ਹੀ ਮਹੱਤਵ ਮੁੱਖ ਸੀ ਕਿ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਨਾਮ ਬਾਣੀ ਦੇ ਲੜ ਲਾਇਆ ਜਾਵੇ। ਦੋਵੇਂ ਹੀ ਸੰਪਰਦਾਇਆਂ ਗੁਰੂ ਘਰ ਨਾਲ ਗੂੜਾ ਸੰਬੰਧ ਰੱਖਦੀਆਂ ਸਨ। ਸਤਿਗੁਰੂ ਨਾਨਕ ਦੇਵ ਜੀ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਹੋਏ ਹਨ। ਉਹਨਾਂ ਨੇ ਵੀ ਦੇਸ਼ ਵਿਦੇਸ਼ਾਂ ਵਿੱਚ ਗੁਰੂ ਨਾਮ ਸ਼ਬਦ ਸੁਹੇਲਾ ਸੁਣਾਇਆ। ਭਾਵੇਂ ਆਪ ਸਰੀਰਕ ਤੌਰ ਤੇ ਅਤੀਤ ਰਹੇ, ਫਿਰ ਵੀ ਸਾਰੇ ਸਤਿਗੁਰਾਂ ਨਾਲ ਮੇਲ ਮਿਲਾਪ ਰਿਹਾ ਅਤੇ ਸਾਰੇ ਸਤਿਗੁਰੂ ਇਹਨਾਂ ਦਾ ਆਦਬ ਸਤਿਕਾਰ ਕਰਦੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਅੰਤ ਸਮੇਂ ਵਿੱਚ, ਜਿਵੇਂ ਕਿ ਗੁਰੂ ਪ੍ਰਤਾਪ ਸੂਰਜ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਆਪ ਨੇ ਪੁੱਛਿਆ ਕਿ ਤੁਹਾਡੇ ਕਿਤਨੇ ਸਾਹਿਬਜ਼ਾਦੇ ਹਨ ਤਾਂ ਹਜ਼ੂਰ ਨੇ ਕਿਹਾ ਕਿ 5 ਹਨ।
ਇੱਕ ਪਰਲੋਕ ਗਮਨ ਕਰ ਗਿਆ ਹੈ ਅਤੇ 4 ਬਾਕੀ ਹੈ। ਫਿਰ ਬਾਬਾ ਸ਼੍ਰੀ ਸੰਤ ਜੀ ਨੇ ਪੁੱਛਿਆ, ਬਾਬੇ ਕਿਆ ਤੂੰ ਕਿਹੜਾ ਪੁੱਤਰ ਦੇਣਾ ਹੈ? ਤਾਂ ਸਤਿਗੁਰੂ ਨੇ ਬਚਨ ਕੀਤਾ ਕਿ ਸਾਰੇ ਹੀ ਬਾਬੇ ਦੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਵੱਡਾ ਸਾਹਿਬਜ਼ਾਦਾ ਪਾਠ ਟਿੱਕਾ ਸਾਹਿਬ ਦੇ ਦਿਓ। ਸਤਿਗੁਰੂ ਨਾਲ 4 ਪੁੱਤਰ ਉਸੇ ਵੇਲੇ ਮੌਜੂਦ ਸਨ। ਬਾਬਾ ਗੁਰਦਿੱਤਾ ਮਲ ਪਹਿਲੇ, ਬਾਬਾ ਸੂਰਜ ਮਲ ਦੂਜੇ, ਬਾਬਾ ਅਣੀ ਰਾਏ ਤੀਜੇ ਤੇ ਬਾਬਾ ਤੇਗ ਬਹਾਦਰ ਚੌਥੇ। ਅਤੇ 6ਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਮਲ ਨੂੰ ਇਸ਼ਾਰਾ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਮੱਥਾ ਟਿਕਾ ਦਿੱਤਾ। ਬਾਬਾ ਸ਼੍ਰੀ ਚੰਦ ਨੇ ਆਪਣੇ ਆਸਣ ਤੇ ਬਿਠਾ ਕੇ ਆਪਣੀ ਸਹੇਲੀ ਤੇ ਟੋਪੀ ਬਖਸ਼ ਕੇ ਬਚਨ ਕੀਤਾ, ਬਾਬਾ ਗੁਰਦਿੱਤਾ ਦੀਨ ਦੁਨੀਆ ਕਾ ਟਿੱਕਾ, ਸੋਢੀ ਕਰਦਾ ਕੀਆ ਸੁਲਤਾਨਾ। ਇਸ ਜੁਗਤੀ ਨਾਲ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਸੰਪਰਦਾ ਸਦੀ ਲਈ ਆਪਣੇ ਪਿਤਾ ਗੁਰੂ ਨਾਨਕ ਦੇ ਮਤ ਨਾਲ ਮਿਲਾ ਦਿੱਤੀ। ਅੱਗੇ ਬਾਬਾ ਗੁਰਦਿੱਤਾ ਮਲ ਦੇ 4 ਸੇਵਕ ਹੋਏ, ਸ਼੍ਰੀ ਬਾਲ ਹਸਨਾ ਜੀ, ਸ਼੍ਰੀ ਹਰਪੂਲ ਜੀ, ਸ਼੍ਰੀ ਗੋਂਦਾ ਜੀ, ਸ਼੍ਰੀ ਚੌਥੇ ਸੀ ਮਸਤ ਜੀ। ਪ੍ਰਸਿੱਧ ਨਾਮ ਇਹਨਾਂ ਦੇ ਇਹ ਹਨ। ਉਦਾਸੀ ਸੰਪਰਦਾਇ ਦੇ ਮਹਾਂਪੁਰਖ ਨਾਮ ਮੰਤਰ ਪਹਿਲੀ ਪੌੜੀ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਹੀ ਜਪਣ ਵਾਸਤੇ ਦਿੰਦੇ ਹਨ। ਜਦੋਂ ਮੁੱਢ ਤੋਂ ਇੱਕ ਬਣ ਗਿਆ, ਫਿਰ ਫਰਕ ਕੀ ਰਹਿ ਗਿਆ? ਸਰੀਰਕ ਚਿੰਤਾ ਭਾਵੇਂ ਵੱਖਰੇ ਬਣ ਗਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਦੋਂ ਤੋਂ ਹੀ ਵੱਡੇ ਤੋਂ ਵੱਡੇ ਗੁਰਧਾਮਾਂ ਦੀ ਸੇਵਾ ਸੰਭਾਲ ਉਦਾਸੀ ਮਹਾਂਪੁਰਖ ਹੀ ਕਰਦੇ ਰਹੇ। ਨਿਰਮਲ ਪੰਥ ਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਗਰ ਨਾਨਕ ਨਿਰਮਲ ਪੰਥ ਚਲਾਇਆ। 10ਵੇਂ ਪਾਤਸ਼ਾਹ ਨੇ ਸਰਬ ਲੋਕ ਗ੍ਰੰਥ ਵਿੱਚ ਨਿਰਮਲ ਪੰਥ ਦੇ ਬਾਬਤ ਬਹੁਤ ਵਰਣਨ ਕੀਤਾ ਹੈ। ਹੁਣ ਪੰਥ ਪ੍ਰਕਾਸ਼ਿਤ ਨਿਰਮਲ ਪੰਥ ਬਾਰੇ ਕੁਝ ਨਮੂਨਾ। ਗਿਆਨੀ ਗਿਆਨ ਸਿੰਘ ਦੇ ਲਿਖਤ ਅਨੁਸਾਰ ਨਿਰਮਲ ਪੰਥ ਦੀ ਉਤਪਤੀ ਗੁਰੂ ਨਾਨਕ ਦੇ ਸਮੇਂ ਤੋਂ ਹੋਈ ਹੈ ਤੇ ਗਿਆਨੀ ਗਿਆਨ ਸਿੰਘ ਜੀ ਨੇ ਭਾਈ ਗੁਰਦਾਸ ਜੀ ਇਸ ਪੌੜੀ ਤੋਂ ਆਰੰਭ ਕੀਤਾ ਹੈ। ਬਾਬਾ ਆਇਆ ਕਰਤਾਰਪੁਰ ਪੇਖ ਗੁਰਦਾਸੀ ਸਗਲ ਉਤਾਰਾ, ਪਹਿਲੇ ਸੰਸਾਰੀ ਕੱਪੜੇ ਮੰਜੀ ਬੈਠ ਲਿਆ ਅਵਤਾਰਾ। ਉਹ ਦਾਸੀ ਭੇਖ ਪਾਵ ਭਗਵੇ ਬਸਤਰ, ਜਿਨ੍ਹਾਂ ਸਿੱਖਾਂ ਨੂੰ ਬਖਸ਼ਿਸ਼ ਹੋਈ ਸਿੱਖ ਨਿਰਮਲ ਕਰ ਕਹਾਉਣ ਲੱਗ। ਅਤੇ ਸੂਰਜ ਨਾਲੇ ਵੀ ਉਹਨਾਂ ਮਰਤਬਾ ਹੋ ਜਾਏਗਾ। ਜੋ ਇਸ ਤਰ੍ਹਾਂ ਅਸੀਸ ਦੇ ਕੇ ਜਗਤ ਗੁਰੂ ਦਸ਼ਮੇਸ਼ ਜੀ ਨੇ ਬਨਾਰਸ ਪੜ੍ਹਨ ਲਈ ਕੱਲੇ। ਇਸ ਵੇਲੇ ਇਹ ਸਿੱਖ ਬਨਾਰਸ ਤੇ ਪੜ੍ਹ ਕੇ ਆਏ। ਫਿਰ ਇਹਨਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਗੱਡਾ ਸਿੰਘ, ਕਰਮ ਸਿੰਘ, ਸੈਨਾ ਸਿੰਘ, ਵੀਰ ਸਿੰਘ, ਰਾਮ ਸਿੰਘ ਆਦਿ ਨਾਮ ਰੱਖ ਦਿੱਤੇ। ਇੱਕ ਸਮੇਂ ਅਨੰਦਪੁਰ ਵਿੱਚ ਕੜਾ ਪ੍ਰਸ਼ਾਦ ਦੇ ਕਰਕੇ ਹੁਕਮ ਦਿੱਤਾ ਕਿ ਲੁੱਟ ਲਵੋ। 3 ਵਾਰ ਪ੍ਰਸ਼ਾਦ ਕਰਕੇ ਤੇ 3 ਵਾਰੀ ਹੀ ਲੁੱਟ ਲੈਣ ਦਾ ਹੁਕਮ ਦਿੱਤਾ। ਜਿਹੜੇ ਸਿੰਘ 3 ਵਾਰ ਨਹੀਂ ਉੱਠੇ, ਉਹਨਾਂ ਦੀ ਮਨੋ ਅਵਸਥਾ ਦੇਖ ਕੇ ਪ੍ਰਸੰਨ ਹੋ ਕੇ ਬਚਨ ਕੀਤਾ, ਪੰਥ ਨਿਰਮਲਾ ਇਹ ਮਮ ਚਾਲੇ, ਪੂਜਨੀ ਸਭ ਹੇਤ ਵਿਸਾਲੇ। ਇਉਂ ਵਰਤੇ ਗੁਰੂ ਛੰਦ ਉਚਾਰਿਓ, ਸਰਬ ਲਹਿਮੇ ਲੋਮੇ ਲੋ ਨਿਹਾਰਿਓ। ਇੱਕ ਸਮੇਂ ਜਿਹੜੇ ਸਿੰਘ ਲੁੱਟਣ ਲਈ ਨਹੀਂ ਉੱਠੇ, ਸਾਰੀ ਸੰਗਤ ਵਿੱਚ 13 ਸਿੱਖ ਸਨ। ਕਰਮ ਸਿੰਘ, ਧਰਮ ਸਿੰਘ, ਗੱਜਾ ਸਿੰਘ, ਧੰਨਾ ਸਿੰਘ, ਚੰਦਨ ਸਿੰਘ, ਮੰਨਾ ਸਿੰਘ, ਝੰਡਾ ਸਿੰਘ, ਲਖਵੀਰ ਸਿੰਘ। ਇਹਨਾਂ ਨੂੰ ਦਸ਼ਮੇਸ਼ ਜੀ ਨੇ ਨਿਰਮਲੇ ਕਹਿ ਕੇ ਸੰਬੋਧਿਤ ਕੀਤਾ। ਉਸ ਤੋਂ ਉਪਰੰਤ ਇੱਕ ਦਿਨ ਤੜਕ ਕੇ ਸਤਿਗੁਰਾਂ ਨੇ ਸਭ ਸਿੱਖਾਂ ਦੇ ਡੇਰਿਆਂ ਵਿੱਚ ਜਾ ਕੇ ਗੁਪਤ ਵਿੱਚ ਪੜਤਾਲ ਕੀਤੀ। ਕਈ ਸਿੰਘ ਸੁੱਤੇ ਪਏ, ਕਈ ਸੰਸਾਰੀ ਗੱਲਾਂ ਬਾਤਾਂ ਕਰ ਰਹੇ ਹਨ। ਜੋ ਗੁਰਸਿੱਖ ਨਾਮ ਜਪ ਰਹੇ ਹਨ, ਉਹਨਾਂ ਨੂੰ ਨਿਰਮਲ ਸਿੱਖ ਆ ਕੇ ਨਿਵਾਜਿਆ। ਇੱਕ ਵਾਰ ਗੁਰੂ ਦੇ ਦਰਬਾਰ ਹੁਕਮ ਅਨੁਸਾਰ ਗੰਡਾ ਸਿੰਘ ਨੇ ਕੋਈ ਸਿੰਗਾਰ ਰਸ ਭਾਵ ਮਨ ਨੂੰ ਲੁਭਾਉਣ ਵਾਲੀ ਨਕਲ ਕੀਤੀ। ਜਿਨ੍ਹਾਂ ਸਿੰਘਾਂ ਦੇ ਮਨ ਨਾ ਭਰਮੇ, ਉਹਨਾਂ ਨੂੰ ਨਿਰਮਲ ਸੰਤ ਆ ਕੇ ਸੰਬੋਧਨ ਕੀਤਾ। ਇੱਕ ਵਾਰੀ 10ਵੇਂ ਪਾਤਸ਼ਾਹ ਨੇ ਦੀਵਾਨ ਵਿੱਚ ਸਾਰੀ ਸੰਗਤ ਨੂੰ ਹੁਕਮ ਕੀਤਾ, ਮੰਗੋ ਕੀ ਮੰਗਦੇ ਹੋ। ਜਿਨ੍ਹਾਂ ਨੇ ਸਤਿਗੁਰਾਂ ਦੇ ਨਿਰਮਲ ਪੰਥ ਬਖਸ਼ਿਆ, ਉਹਨਾਂ ਦੀ ਇਹ ਆਤਮ ਅਵਸਥਾ ਸੀ। ਅਬ ਤਬ ਅਵਨ ਨਾ ਮੰਗਿਓ, ਹਰ ਪੈ ਨਾਮ ਰਿੰਜਨ ਦੀਜੇ ਪਿਆਰ। ਨਾਨਕ ਚਾਤਰੀ ਕੰਬਰ ਜਲ ਮੰਗੇ, ਹਰ ਜਦ ਦੀਜੇ ਕਿਰਪਾ ਤਾਰ। ਇੱਕੋ ਇੱਕ ਹਰ ਪ੍ਰਸੰਗ ਲਿਖਣਾ ਠੀਕ ਹੀ ਹੋਵੇਗਾ। ਇੱਕ ਵਾਰ ਸਰਬ ਉਪਮਾ ਜੋਗ ਸ਼੍ਰੀ 108 ਬਾਬਾ ਮਾਂ ਹਰਨਾਮ ਸਿੰਘ ਜੀ ਨੇ ਸੰਗਤ ਬੈਠੀ ਹੋਈ ਤੇ ਬਾਬਾ ਆਨੰਦ ਸਿੰਘ ਜੀ ਨੂੰ ਬਚਨ ਕੀਤਾ, ਦੇਖੀ ਜੀ ਕੁਝ ਮੰਗ ਲਓ। ਬਾਬਾ ਆਨੰਦ ਸਿੰਘ ਜੀ ਨੇ ਹੱਥ ਜੋੜ ਕੇ ਬਚਨ ਕੀਤਾ, ਗੁਰਦੇਵ ਮੈਨੂੰ ਤਾਂ ਬਿਨਾਂ ਮੰਗਣ ਤੋਂ ਹੀ ਸਭ ਕੁਝ ਮਿਲ ਗਿਆ ਹੈ। ਜੇ देना ही है तो हमारे एक कृपा कीजिए। आल मकरंद रसन
चरण कमल स्यों मन फेर फेर दीजिए। आन जला सो काज न कछुए, हर गुण चांदी को दीजिए। बिन मिल में ही संतोखा, पंथ पेख दर्शन नानक जीजे। ਇਹ ਦੂਜੀ ਵਾਰ ਬਚਨ ਹੋਇਆ ਕੋਈ ਜ਼ੋਰ ਮੰਗ ਲਓ। ਦੂਜੀ ਵਾਰੀ ਵੀ ਹੱਥ ਜੋੜ ਕੇ ਇਹੋ ਹੀ ਬੇਨਤੀ ਕੀਤੀ, ਪਰ ਤੀਸਰੀ ਵਾਰ ਫਿਰ ਹੁਕਮ ਹੋਇਆ, ਨਹੀਂ ਜ਼ਰੂਰ ਮੰਗੋ। ਤੀਸਰਾ ਬਚਨ ਹੈ ਖਾਲੀ ਨਾ ਜਾਵੇ। ਤਾਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਤਿੰਨਾਂ ਲੋਕਾਂ ਇਸ ਸੂਈ ਦੇ ਨੱਕੇ ਜਿੰਨਾ ਚੀਜ਼ ਉੱਤੇ ਵੀ ਮੇਰੀ ਮਿਹਰ ਨਾ ਹੋਵੇ। ਜੇ ਮੈਂ ਕਿਸੇ ਵੀ ਚੀਜ਼ ਉੱਤੇ ਮਿਹਰ ਕਰਾਂ ਤਾਂ ਮੈਨੂੰ ਗੁਰਸਿੱਖੀ ਤੋਂ ਖਾਰਜ ਕਰ ਦੇਣਾ। ਜਾਕੂ ਆਇਓ ਇਹ ਕਰਸਾਂ, ਖਾਨ ਪਾਨ ਅੰਨ ਨਹੀਂ ਹੁੰਦਿਆ, ਤਾਂ ਕਿ ਚਿੱਤ ਨਾ ਬਸਾ ਰਹਾਓ। ਕਈ ਪ੍ਰਸੰਨ ਤਾਂ ਕਿਸੇ ਥਾਂ ਸਿਰ ਦਿੱਤਾ ਜਾਏਗਾ, ਜੋ ਇਹ ਹੈ ਪੂਰਨ ਪੁਰਖਾਂ ਦੀ ਮੇਰ ਸਦਕਾ ਮਨ ਦੀ ਅਵਸਥਾ। शिव ब्रिज अर इंदर लो, ता मैं जल तो फिरियो। सिमर सिमर स्वामी पे शीतल, दुख दर्द परम हीरिया। जे अर्जन ब्रह्म लोक ते लैके जितने लोग पुनरावर्ती ਸੁਭਾਅ ਵਾਲੇ ਹਨ, ਭਾਵੇਂ ਜੇ ਲੋਕ ਪੁੰਨ ਕਰਕੇ ਇਹਨਾਂ ਦੀ ਪ੍ਰਾਪਤੀ ਕਰਦੇ ਹਨ, ਪੁੰਨ ਖਤਮ ਹੋ ਜਾਣ ਬਾਅਦ ਉੱਤੇ ਰਹਿ ਨਹੀਂ ਸਕਦੇ। ਇਹ ਲੋਕ शिव लोक जैबो, ਉੱਚੇ ਤਪ ਕਰ ਬਾਹੁਰ ਐਬੋ। ਪਰ ਇਸ ਨੂੰ ਉਹੀ ਸਮਝਦੇ ਹਨ ਜਿਨ੍ਹਾਂ ਨੂੰ ਇਹ ਰਸ ਆਇਆ ਹੈ। ਜਿਸ ਨੂੰ ਆਇਆ ਹੀ ਨਹੀਂ ਉਹ ਕੀ ਜਾਣੇ। ਅੱਜ ਤੇ ਮਨੁੱਖ ਨੂੰ ਰਸ ਆਇਆ ਹੈ। ਸੋਨੇ ਦਾ ਚਾਂਦੀ ਦਾ, ਵਿਕਾਰਾਂ ਦਾ, ਨਿੰਦਿਆ ਦਾ, ਚੁਗਲੀ ਦਾ ਦਿਨ ਰਾਤ ਇਹਨਾਂ ਨੂੰ ਭੋਗਦਾ ਹੈ। और नਵੇਂ रस लैन ते उद्यम करता रहता है। रस सोना, रस रूपा कामन, रस परमल की वास, रस कोड़े, रस छेजा मंदर, रस मीठा, रस मास, एते रस शरीर के कट नाम निवास। इस समय बाबा जी की छोटी उम्र समय एक संत मंडली बाबा जी के जन्म नगर पिंड मशहूर वाल आई। नगर वालों जी आया आखण तो बाद संगणी विछां दी छां हेठ डेरा ला दिता। नगर विच दुध अन्न पानी लोड़ अनुसार पहुंच गया ਅਤੇ ਸਭ ਨੇ ਛਕ ਲਿਆ। ਰੋਜ਼ ਦੇ ਨਿਤਨੇਮ ਅਨੁਸਾਰ ਦੇ ਵੇਲੇ ਕਥਾ ਕੀਰਤਨ ਦਾ ਪ੍ਰੋਗਰਾਮ ਹੁੰਦਾ ਸੀ। ਉਸੇ ਤਰ੍ਹਾਂ ਇਸ ਪਿੰਡ ਮਨਸੂਰਵਾਲ ਵੀ ਹੋਇਆ। ਨਗਰ ਦੀ ਸੰਗਤ ਕਥਾ ਕੀਰਤਨ ਸੁਣਨ ਲਈ ਗਈ। ਬਾਬਾ ਜੀ ਦੇ ਮਾਤਾ ਪਿਤਾ ਵੀ ਗਏ। ਆਪਣੇ ਪਿਤਾ ਜੀ ਨਾਲ ਉਂਗਲ ਪੜ ਕੇ ਆਪ ਵੀ ਚਲੇ ਗਏ। ਸੰਗਤ ਦੇ ਪਹੁੰਚਣ ਤੋਂ ਬਾਅਦ ਕਥਾ ਕੀਰਤਨ ਆਰੰਭ ਹੋ ਗਿਆ। ਬਾਅਦ ਵਿੱਚ ਇਸ ਮੰਡਲੀ ਦੇ ਪੂਜਨੀਕ ਮਹਾਤਮਾ ਦੀ ਸੰਗਤ ਵਿੱਚ ਆ ਕੇ ਬੈਠ ਕੇ ਸੰਤਾਂ ਨੂੰ ਆਦਰ ਨਾਲ ਨਮਸਕਾਰ ਕੀਤੀ ਅਤੇ ਸੰਤਾਂ ਨੇ ਸੰਗਤਾਂ ਨੂੰ ਨਮਸਕਾਰ ਕੀਤੀ ਅਤੇ ਬੈਠ ਗਏ। ਅਤੇ ਮਹਾਤਮਾ ਜੀ ਦੇ ਨਜ਼ਦੀਕ ਹੀ ਬਾਬਾ ਜੀ ਆਪਣੇ ਪਿਤਾ ਜੀ ਦੀ ਗੋਦ ਵਿੱਚ ਬੈਠੇ ਹੋਏ ਸਨ। ਕੀਰਤਨ ਦੇ ਭੋਗ ਤੋਂ ਬਾਅਦ ਮਹਾਤਮਾ ਜੀ ਨੇ ਕਥਾ ਆਰੰਭ ਕੀਤੀ। ਉਸੇ ਵੇਲੇ ਉਹਨਾਂ ਨੇ ਸਾਰੀ ਸੰਗਤ ਵੱਲ ਦੇਖਿਆ। ਬਾਬਾ ਜੀ ਦੇ ਪਿਤਾ ਨੇੜੇ ਬੈਠੇ ਹੋਣ ਕਰਕੇ ਬਾਬਾ ਜੀ ਵੱਲ ਨੀਝ ਲਾ ਕੇ ਦੇਖਿਆ ਤੇ ਫਿਰ ਕਥਾ ਆਰੰਭ ਕਰ ਦਿੱਤੀ। ਕਥਾ ਕਰਦੇ ਕਰਦੇ ਕਈ ਵਾਰੀ ਬਾਬਾ ਜੀ ਵੱਲ ਦੇਖਦੇ ਰਹੇ, ਪਰ ਆਪ ਜਿਵੇਂ ਮੁੱਢ ਤੇ ਆ ਕੇ ਸੰਗਤ ਵਿੱਚ ਬੈਠੇ ਸਨ। ਅਖੀਰ ਤੱਕ ਉਸੇ ਤਰ੍ਹਾਂ ਮਸਤ ਹਾਲਤ ਵਿੱਚ ਬੈਠੇ ਰਹੇ। ਕਥਾ ਦੀ ਸਮਾਪਤੀ ਪਿੱਛੋਂ ਸੰਗਤਾਂ ਦੇ ਕੋਲ ਬੈਠੇ ਇੱਕ ਸੇਵਕ ਨੂੰ ਇਸ਼ਾਰਾ ਕਰਕੇ ਸੱਦ ਲਿਆ ਤੇ ਬਾਬਾ ਜੀ ਦੇ ਪਿਤਾ ਜੀ ਨੂੰ ਬੁਲਾਉਣ ਲੈ ਗਿਆ। ਜਿਸ ਵਕਤ ਬਾਬਾ ਬੂੜ ਸਿੰਘ ਜੀ ਸੰਤਾਂ ਪਾਸ ਗਏ ਤਾਂ ਨਮਸਕਾਰ ਕਰਕੇ ਬੈਠ ਗਏ। ਆਪ ਵੀ ਕੋਲ ਬੈਠ ਗਏ ਤਾਂ ਸੰਤਾਂ ਨੇ ਪੁੱਛਿਆ ਕਿ ਭਾਈ ਸਿੱਖਾ ਕੀ ਨਾਮ ਹੈ ਤੇਰਾ। ਆਪ ਜੀ ਦੇ ਪਿਤਾ ਜੀ ਨੇ ਆਪਣਾ ਨਾਮ ਦੱਸ ਦਿੱਤਾ ਤੇ ਫਿਰ ਕਹਿਣ ਲੱਗੇ ਕਿ ਬਾਲਕ ਤੇਰਾ ਹੈ। ਤਾਂ ਅੱਗੋਂ ਹਾਂ ਵਿੱਚ ਕਹਿਣ ਤੋਂ ਬਾਅਦ ਆਪ ਜੀ ਦਾ ਨਾਮ ਪੁੱਛਿਆ। ਪਿਤਾ ਜੀ ਨੇ ਦੱਸਿਆ ਕਿ ਅਸੀਂ ਨਾਮ ਤਾਂ ਨਿਹਾਲਾ ਰੱਖਿਆ ਹੈ, ਪਰ ਸਿੱਧਾ ਸਾਦਾ ਹੋਣ ਕਰਕੇ ਅਸੀਂ ਇਸ ਨੂੰ ਮਸਤਾਨਾ ਕਹਿ ਕੇ ਬੁਲਾਉਂਦੇ ਹਾਂ। ਤਾਂ ਸੰਤ ਚੁੱਪ ਕਰ ਗਏ। ਬਾਬਾ ਜੀ ਦੇ ਪਿਤਾ ਨੇ ਪੁੱਛਿਆ, ਮਹਾਰਾਜ ਕੀ ਗੱਲ ਹੈ, ਕੁਝ ਦੱਸੋ ਤਾਂ ਸਹੀ। ਤਾਂ ਮਹਾਤਮਾ ਬੋਲੇ, ਸੁਣ ਲੈ ਭਾਈ, ਤੁਸੀਂ ਬੇਸ਼ੱਕ ਮਸਤਾਨਾ ਹੋ ਜਾਂ ਹੋਰ ਕੁਝ, ਪਰ ਸਾਡੀ ਸਮਝ ਅਨੁਸਾਰ ਇਹ ਸਧਾਰਨ ਬਾਲਕ ਨਹੀਂ। ਜਿਸ ਵਕਤ ਬਾਲ ਅਵਸਥਾ ਹੋਣ ਕਰਕੇ ਤੁਸੀਂ ਕਿਸੇ ਨਿਰਣੇ ਤੇ ਨਹੀਂ ਪਹੁੰਚ ਸਕਦੇ, ਸਮਝ ਆ ਸਕਣੀ ਮੁਸ਼ਕਲ ਹੈ। ਜਦੋਂ ਦਾ ਇਹ ਤੇਰੇ ਨਾਲ ਆਇਆ ਹੈ, ਇਸਨੇ ਕੋਈ ਅੰਗ ਨਹੀਂ ਹਿਲਾਇਆ। ਅੱਗੇ ਪਿਤਾ ਨੇ ਕਿਹਾ ਕਿ ਇਹ ਤਾਂ ਘਰ ਵੀ ਇਸੇ ਤਰ੍ਹਾਂ ਹੀ ਰਹਿੰਦਾ ਹੈ, ਗਰਮੀ ਸਰਦੀ ਨੀਂਦ ਭੁੱਖ ਦੀ ਕੋਈ ਪਰਵਾਹ ਨਹੀਂ ਕਰਦਾ। ਸੰਤਾਂ ਨੇ ਕਿਹਾ,
ਜੇ ਤੁਸੀਂ ਮੈਨੂੰ ਦੱਸਿਆ ਹੈ ਠੀਕ ਹੈ। ਜੇ ਕੋਈ ਬੱਚਾ ਸਿੱਧਾ ਸਾਦਾ ਹੋਵੇ ਤਾਂ ਉਸਨੂੰ ਗਰਮੀ ਸਰਦੀ ਤਾਂ ਲੱਗਦੀ ਹੈ, ਬੋਲੇ ਤੇ ਬਿਨਾਂ ਤਾਂ ਉਹ ਵੀ ਨਹੀਂ ਰਹਿ ਸਕਦਾ। ਜੇ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਤਾਂ ਉਹ ਗਲਤ ਹੈ। ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਛੱਡ ਦਿਓ। ਜਿੱਥੇ ਇਹਨਾਂ ਦੀ ਬਿਰਤੀ ਟਿੱਕੀ ਹੈ ਟਿੱਕੀ ਰਹਿਣ ਦਿਓ। ਤੁਹਾਡੇ ਵੱਲੋਂ ਕੋਈ ਐਸੀ ਗੱਲ ਨਾ ਹੋਵੇ ਜਿਸ ਕਰਕੇ ਇਹਨਾਂ ਦੇ ਮਨ ਨੂੰ ਕੋਈ ਖੋਫ ਹੋਵੇ। ਸਮਾਂ ਆਵੇਗਾ ਇਹ ਉੱਚ ਕੋਟੀ ਦੇ ਮਹਾਂਪੁਰਖ ਹੋਣਗੇ। ਸਰੀਰਕ ਦੁੱਖਾਂ ਸੁੱਖਾਂ ਵਿੱਚ ਇਹਨਾਂ ਦੀ ਚਿੰਤ ਬਿਰਤੀ ਨਹੀਂ ਹੈ। ਇਹ ਕਿਸੇ ਵੇਲੇ ਮਹਾਂਪੁਰਖ ਦੀ ਆਨੰਦਮਈ ਵਿਵਸਥਾ ਹੁੰਦੀ ਹੈ, ਪਰ ਉਹਨਾਂ ਦੀ ਪਹਿਚਾਣ ਵੀ ਕਿਸੇ ਵੇਲੇ ਨੂੰ ਹੀ ਹੁੰਦੀ ਹੈ। ਭਾਈ ਨੰਦ ਲਾਲ ਸਾਹਿਬ ਨੇ ਦੱਸਿਆ ਹੈ, ਪ੍ਰੇਮੀ ਬਾਜੋ ਯਾਰ ਲੱਦਾ ਕਿ ਕਈ ਕਦਰ ਕੀ ਜਾਣੇ ਸੋ ਸਿਆਣੇ। ਇੱਕ ਜਾਗਤੂ ਸੁੱਚੇ ਦੀ ਕੀਮਤ ਜੋਰੀ ਅੱਖ ਪਛਾਣੇ ਹੋ ਕੁਰਬਾਨੇ। ਇਸ ਕਰਕੇ ਇਹਨਾਂ ਦੀ ਬਾਲ ਅਵਸਥਾ ਹੈ। ਅੱਜ ਅਜੇ ਇਵੇਂ ਹੀ ਰਹਿਣਗੇ। ਇਹਨਾਂ ਦੀ ਸੂਰਤ ਬਹੁਤ ਉੱਚੀ ਹੈ। ਫਿਰ ਮਹਾਤਮਾ ਕਹਿਣ ਲੱਗੇ, ਸਿਮਰਨ ਕਰਨ ਵਾਲੇ ਨੂੰ ਸਭ ਤੋਂ ਪਹਿਲਾਂ ਸਰੀਰ ਦੀ ਸਾਧਨਾ ਵਾਲੇ ਨੂੰ ਚੌਕੜੀ ਮਾਰ ਕੇ ਬੈਠਣਾ ਜ਼ਰੂਰੀ ਹੈ। ਭਾਵ ਜੇ ਚੌਕੜੀ ਮਾਰ ਕੇ ਬੈਠ ਨਹੀਂ ਸਕਦਾ, ਉਸਦੀ ਸੂਰਤ ਨਹੀਂ ਇਕਾਗਰ ਹੋ ਸਕਦੀ। ਇਕਾਗਰ ਬਿਨਾਂ ਸਿਮਰਨ ਕਰਨ ਦਾ ਆਨੰਦ ਨਹੀਂ ਮਿਲਦਾ। ਸਿਮਰਨ ਦੇ ਆਨੰਦ ਬਿਨਾਂ ਨੀਂਦ ਭੁੱਖ ਗਰਮੀ ਸਰਦੀ ਸਰੀਰਕ ਲੋੜਾਂ ਨਾਲੋਂ ਬੇਪਰਵਾਹ ਨਹੀਂ ਹੋਇਆ ਜਾਂਦਾ। ਵੱਡੀਆਂ ਕਠਨ ਸਾਧਨਾ ਕਰਕੇ ਅਵਸਥਾ ਬਣਦੀ ਹੈ, ਉਹ ਵੀ ਕਿਸੇ ਵੇਲੇ ਦੀ ਹੈ, ਹਰ ਇੱਕੋ ਦੀ ਨਹੀਂ। ਜਿਹੜੇ ਮਹਾਂਪੁਰਖ ਹੁੰਦੇ ਹਨ ਜਿਵੇਂ ਕਿ ਇਹ ਧਨ, ਇਹਨਾਂ ਨੂੰ ਇਹ ਵਸਤੂਆਂ ਜਨਮ ਤੇ ਸੁੱਧੇ ਸਿੱਧੀ ਪ੍ਰਾਪਤ ਹੋ ਜਾਂਦੀਆਂ ਹਨ। ਇਹਨਾਂ ਦੀ ਪੁਰਬਲੇ ਜਿਨ੍ਹਾਂ ਦੀ ਪ੍ਰਬਲ ਕਮਾਈ ਹੋਣ ਕਰਕੇ ਹੋਇਆ ਹੈ। ਇਹ ਸਾਰੀ ਰਿਸ਼ਤੇਦਾਰੀ ਮੋਹ ਮਾਇਆ ਤੇ ਜੰਜਾਲ ਤੋਂ ਬਹੁਤ ਉੱਚੇ ਹਨ। ਸੋ ਪਿਆਰਾ ਤੂੰ ਧਨ ਹੈ। ਇਹਨਾਂ ਦੀ ਮਾਤਾ ਵੀ ਧਨ ਹੈ, ਨਗਰ ਵੀ ਧਨ ਹੈ। ਇਸ ਨਗਰ ਵਿੱਚ ਇਹਨਾਂ ਨੇ ਜਨਮ ਧਾਰਿਆ ਹੈ। ਇਹਨਾਂ ਦੇ ਦਰਸ਼ਨ ਕਰਕੇ ਅਸੀਂ ਵੀ ਧਨ ਹੋ ਗਏ। ਫਿਰ ਉਹਨਾਂ ਨੇ ਰਵਿਦਾਸ ਜੀ ਦਾ ਇੱਕ ਸ਼ਬਦ ਪੜ੍ਹ ਕੇ ਸੁਣਾਇਆ, ਜਿਸ ਫੂਲ ਸਾਧ ਬੈਸਨੋ ਹੋਏ ਬਰਨ ਅਬਕ ਰੱਖ ਨਹੀਂ, ਈਸ਼ਰ ਬਿਮਲ ਬਾਸ ਜਾਨੀਏ ਜਗ ਸੋਏ। ਇਸ ਤਰ੍ਹਾਂ ਬਚਨ ਕਰਕੇ ਮਹਾਤਮਾ ਚੁੱਪ ਹੋ ਗਏ। ਉਸ ਤੋਂ ਬਾਅਦ ਸੰਤ ਮਤਨੀ ਕਈ ਦਿਨ ਨਗਰ ਵਿੱਚ ਰਹੀ ਅਤੇ ਉਹ ਮਹਾਤਮਾ ਬਾਬਾ ਜੀ ਦਾ ਦਰਸ਼ਨ ਹਰ ਰੋਜ਼ ਆਪਣੇ ਕੋਲ ਸੱਦ ਕੇ ਕਰਦੇ ਅਤੇ ਸੰਸਕਾਰ ਕਰਦੇ ਰਹੇ। ਸੰਸਾਰੀ ਬੰਦਾ ਤਾਂ ਆਪਣੇ ਕਰਮ ਛਲ ਭੋਗਣ ਲਈ ਸੰਸਾਰ ਵਿੱਚ ਆਉਂਦਾ ਹੈ ਤੇ ਕਦੀ ਦੁਖੀ ਤੇ ਕਦੀ ਸੁਖੀ ਰਹਿੰਦਾ ਹੈ। ਅਜਾ ਭੋਗਤ ਕੰਧ ਮੂਲ ਬਸਤੇ ਸਮੀਪ ਕਹੇ ਰਹਿ, ਤਰਤ ਗਤ ਸੰਸਾਰੇ ਨਾਨਕ ਸੋ ਹਰਖ ਵਿਆਪਤੇ। ਇਹ ਸ਼ਲੋਕ ਦੀ ਪੰਜਵੀਂ ਪਾਤਸ਼ਾਹ ਨੇ ਬੰਦੇ ਦੀ ਜਨਮ ਤੋਂ ਲੈ ਕੇ ਅਖੀਰ ਤੱਕ ਹਾਲਤ ਦੱਸੀ ਹੈ। ਅੱਜ ਕਹਿੰਦੇ ਹਨ ਕਿ ਬੱਕਰੀ ਨੂੰ ਜਿਵੇਂ ਬੱਕਰੀ ਕੀਮਤੀ ਤੇ ਕੀਮਤੀ ਫਲ ਖਾਂਦੀ ਹੋਵੇ ਵੀ ਤਕੜੀ ਨਹੀਂ ਹੋ ਸਕਦੀ, ਉਸ ਨੂੰ ਟਿਕਾਣਾ ਬੱਬਰ ਸ਼ੇਰ ਕੋਲ ਹੋਵੇ। ਜਦੋਂ ਸ਼ੇਰ ਨੂੰ ਦੇਖੇਗੀ ਤਾਂ ਉਸ ਦਾ ਖੂਨ ਡਰ ਨਾਲ ਸੁੱਕ ਜਾਵੇਗਾ। ਇਸ ਤਰ੍ਹਾਂ ਸੰਸਾਰ ਦੀ ਗੱਤੇ ਭਾਵ ਹਾਲਤ ਹੈ, ਜਿਸ ਨੂੰ ਚਿੰਤਾ ਫਿਕਰ ਹਰ ਵੇਲੇ ਲੱਗੇ ਰਹਿੰਦੇ ਹਨ। ਅਮੀਰ ਤੋਂ ਅਮੀਰ ਬੰਦੇ ਵੱਲ ਵੇਖਣ ਨੂੰ ਸੁਖੀ, ਪਰ ਜਦੋਂ ਅੰਦਰ ਫੋਲ ਕੇ ਦੇਖੋ ਤਾਂ ਪਤਾ ਲੱਗਦਾ ਹੈ ਇਸ ਵਰਗਾ ਦੁਖੀ ਹੀ ਕੋਈ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸੁਖ ਕੇਵਲ ਨਾਮ ਵਿੱਚ ਹੈ। ਨਾਮ ਜਪਣ ਵਾਲਿਆਂ ਨੂੰ ਸਤਿਗੁਰੂ ਨੇ ਸੰਤ ਆਖਿਆ ਹੈ। ਜੋ ਨਾਮ ਨੂੰ ਜਪਦਾ ਹੈ ਉਸ ਦੇ ਦੁੱਖ ਰੋਗ ਬਿਨਸੇ ਪੈ ਪਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਉਹਨਾਂ ਦਾ ਪਿਆਰ ਹੈ ਨਿਰਇੱਛਤ, ਕੇਵਲ ਜਪਣਾ ਤੇ ਜਪੀ ਹੀ ਜਾਣਾ। ਕੋਈ ਪ੍ਰਤੀਤ ਵਾਲਾ ਪਿਆਰ ਵਾਲਾ ਹੀ ਜਪ ਸਕਦਾ ਹੈ। ਇਸ ਪਿਆਰ ਨੂੰ ਪਿਆਰ ਕਰਨ ਵਾਲੇ ਹੀ ਸਮਝ ਸਕਦੇ ਹਨ। ਸਮਝ ਤਬੀਜ ਬਗੈਰ ਸਮਝ ਫਰਕ ਹੀ ਕੁਝ ਇਵੇਂ ਹੀ ਆਖਦੇ ਹਨ। ਆਦਰਸ ਨਾ ਬੂਝੇ ਮਨ ਬੁਦਮ, ਮਨ ਸ਼ਾਸਕ ਦੇਰੀ ਨਾ ਅਪ। ਜਦ ਬਾਬਾ ਆਦਮ ਅਮਾ ਹਵਾ ਆਦਿਕ ਕੋਈ ਨਹੀਂ ਸੀ, ਪਰੰਤੂ ਉਸ ਵੇਲੇ ਵੀ ਮੌਜੂਦਾ ਸੀ ਔਰ ਮੇਰਾ ਖੁਦਾ ਮੌਜੂਦ ਸੀ। हे ਖੁਦਾ, ਮੈਂ ਤੇਰਾ ਪ੍ਰੇਮੀ ਹਾਂ। ਹੋਰ ਵਿਦਿਆਵਾਨ ਨੇ ਵੀ ਇਸ ਅਸਲੀਅਤ ਨੂੰ ਦੱਸਿਆ ਹੈ। ਜਦੋਂ ਦੋ ਜਹਾਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ, ਪਰ ਉਦੋਂ ਵੀ ਪਿਆਰ ਰੰਗ ਸੀ, ਪਿਆਰ ਮੌਜੂਦ ਸੀ। ਪਿਆਰ ਕੇਵਲ ਇਸ ਸਮੇਂ नहीं, वो बड़ा पुराना है। तो कबीर जी ने भी किया है, पूर्व जन्म हम तुमरे सेवक, अब तो मिट्यो ना जाई। रब का प्यारा का देखण तू ਤਾਂ ਦੁਨੀਆ ਅੰਦਰ ਵਸੇ। ਅੰਦਰ ਉਸਦੀ ਲਗਨ ਸਾਈ ਵਿੱਚ ਉਸਨੂੰ ਵੇਖ ਵਿਕਸੇ।
ਮਹਾਤਮਾ ਆਉਂਦੇ ਹਨ ਸਰਬਤ ਦੇ ਭਲੇ ਲਈ ਅਤੇ ਸਰਬਤ ਨੂੰ ਜੀ ਦਾਨ ਦੇਣਾ ਹੀ ਉਹਨਾਂ ਦਾ ਕੰਮ ਹੁੰਦਾ ਹੈ। ਸੰਤ ਸਾਈਂ ਦੇ ਜਗ ਵਿੱਚ ਆਏ ਤਿੰਨ ਧਨ ਜਨੇਂਦੀ ਮਾਏ, ਤਿੰਨਾ ਭੁੱਲਿਆ ਰਾਹ ਰਵਾਣਾ ਤਿੰਨਾ ਮਾਰਗ ਪਾਏ। ਪਰਮਾਤਮਾ ਦੇ ਦਰਸ਼ਨ ਕਰਕੇ ਮਨ ਤਨ ਸ਼ਾਂਤ ਹੋ ਜਾਂਦਾ ਹੈ, ਮਨ ਵਿੱਚ ਸਿਮਰਨ ਕਰਨ ਦਾ ਚਾਅ ਪੈਦਾ ਹੁੰਦਾ ਹੈ। ਸਹੀ ਅਰਥਾਂ ਵਿੱਚ ਸਰਬ ਦਾ ਭਲਾ ਨਾਮ ਰਚੀਏ, ਸਾਈਂ ਰੰਗ ਕੋਈ ਰਤੇ ਕੋਈ ਵਿਲੇ, ਗੁਰਮੁਖ ਜੀ ਹੀ ਕਰਦੇ ਹਨ। ਔਗਣ ਸਭ ਮਿਟਾਏ ਕੇ ਪਰ ਉਪਕਾਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਦੀ ਮਾਫੀ ਦੇਣੀ, ਅੱਗੇ ਸੇਵਾ ਕਰਨ ਦਾ ਬਲ ਉਦਮ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।